ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਪਤਿਤ ਉਦਾਹਰਨ ਸਤਿਗੁਰ ਮੇਰਾ। ਮੋਹਿ ਤਿਸ ਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ। ਸੁਣ ਨਾਨਕ ਕੀ ਅਰਦਾਸਾ, ਰਾਖੋ ਆਪਣੀ ਸ਼ਰਨ ਪ੍ਰਭ। ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੋ। ਨੀਚ ਮੂਰਖਾਰੇ, ਮਾਣ ਕਰੋ ਤੁਧ ਊਪਰੇ। ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਣ ਹਾਰੇ, ਅਮੈ ਦ੍ਰਿਸ਼ਟ ਸ਼ੁਭ ਕਰੈ। ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ। ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ। ਦੁਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਓ। ਜਨਮ ਹਮ ਕਾਲਖ ਧੋਵੈ, ਸੋ ਕਹੁ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸ਼ੋਂ ਸੋ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੇ ਮਹਲਾ ਪੰਜਵਾ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਹਰ ਗੁਣ ਗਾਏ ਪਰਮ ਪਦ ਪਾਇਆ,
प्रभ की उत्तम बाणी। सहज कथा प्रभ की अत मीठी, कथी अकथ कहानी। भला संजोग मूर्त पल साचा, अविचल नीवर खाए। जन नानक प्रभ भय दयाला, सर्ब कला बन आए। आनंदा वजह नित वाजे, पार ब्रह्म मन बूठा राम। गुरमुखे सच करने सारे, बिन से भ्रम पै झूठा राम। अनहद बाणी गुरमुख वखाणी, जस सुन सुन मन तन हरिया। सर्ब सुखां तिस ही बन आए, जो प्रभ अपना करया। कर मह नाम निध भरे भंडारा, राम नाम रंग लागा। नानक जन प्रभ कदे ना विसरै, पूरन जाके भागा। छाया प्रभ छत्रपद कीनी, सगले तप्त विनाशी राम। दुख पाप का डेरा ढाठा, कारज आया राशि राम। हार प्रभ फरमाया मिट्टी बुलाया, साच धर्म पुन फलया। सो प्रभ अपना सदा ध्याइया, सोवत बैसत खलिया। गुण निधान सुख सागर स्वामी, जल थल महियल सोए। जन नानक प्रभ की शरण आई, तिस बिन अवर ना कोई। मेरा घर बनया बन ताल बनया, प्रभ परसे हर राया राम। मेरा मन सोहया नीत साधन सरसे, गुण मंगल हर गाया राम। गुण गाए प्रभु ध्याए साचा, सगल इच्छा पाइया। गुर चरण लागे सदा जागे, मन वजिया वाधाइया। करी नदर स्वामी सुख है गामी, हलत पलत सवारिया। बिनवंत नानक नित नाम जपिया, जियो पिंड जिन धारिया। करी नदर स्वामी सुख है गामी, हलत पलत सवारिया। बिनवंत नानक नित नाम जपिया, जियो पिंड जन धारिया। वाहिगुरु जी का खालसा, वाहिगुरु जी की फतेह। परम सत्कारयोग जुगो जुग अटल, चवर छतर तख्त दे मालक, पतित पावन किरपा निधान वालिए कुल आलम। ज्ञान दे सागर गुरबाणी दे मुजस्मे, सरवरे कायनात दीन दुनिया दे पातशाह। धन धन साहिब श्री गुरु ग्रंथ साहिब सच्चे पातशाह महाराज जी दी
ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ। ਸਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਨੇ ਜੋ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਬਖਸ਼ਿਸ਼ ਕਰਦੇ ਨੇ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ, ਖੁਸ਼ ਬਵਦ ਉਮਰ ਕੇ ਦਰ ਯਾਦ ਬੇਗੁਜ਼ਰਦ, ਵਰਨੈ ਚੈ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾਂ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ, ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਵਧੀਆ ਹੈ, ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਚੰਗਾ ਹੈ, ਸਭ ਤੋਂ ਭਾਗਾਂ ਵਾਲਾ ਹੈ, ਜਿਹੜਾ ਸਮਾਂ ਉਸ ਪਰਮਾਤਮਾ, ਉਸ ਵਾਹਿਗੁਰੂ, ਉਸ ਰੱਬ ਜੀ ਦੀ ਸਿਫਤ ਸਲਾਹ ਦੇ ਵਿੱਚ ਗੁਜ਼ਾਰਿਆ ਜਾਵੇ। ਸੋ ਸਾਧ ਸੰਗਤ, ਸਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਨੇ ਜੋ ਸਾਨੂੰ ਉਸ ਪਰਮਾਤਮਾ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਇਹ ਸੁਭਾਗ ਸਮਾਂ ਜਿਹੜਾ ਹੈ ਪ੍ਰਾਪਤ ਹੋਇਆ ਹੈ। ਜੋ ਪਾਵਨ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਜਿਸ ਦਾ ਪਾਠ ਆਪਾਂ ਹੁਣੇ ਭਾਈ ਸਾਹਿਬ ਹੋਣਾ ਪਾਸੋਂ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸਾਧ ਸੰਗਤ, ਅੱਜ ਦਾ ਇਹ ਪਾਵਨ ਮੁਖ ਵਾਕ, ਅੱਜ ਦਾ ਇਹ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 781 ਅਤੇ 82 ਤੇ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਆਪਾਂ ਵਿਚਾਰਾਂ ਜਿਹੜੀਆਂ ਨੇ ਸਰਵਣ ਕਰਨੀਆਂ ਨੇ। ਸਾਧ ਸੰਗਤ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰੀ ਕਿਰਪਾ ਕਰੋ, ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹੇ ਮਹਲਾ ਪੰਜਵਾ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ RAM। ਸੂਹੀ ਮਹੱਲਾ ਪੰਜਵਾਂ। ਸਾਧ ਸੰਗਤ, ਸੂਹੀ ਰਾਗ ਹੈ ਤੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆ ਜਿਹੜਾ ਸਰੀਰ ਰੂਪੀ ਮੰਦਰ ਹੈ ਨਾ, ਸਰੀਰ ਰੂਪੀ ਮੰਦਰ, ਵੇਖੋ ਸਾਧ ਸੰਗਤ, ਮੈਂ ਬੇਨਤੀ ਕਰਾਂ,
ਇੱਕ ਤੇ ਹਰਮੰਦਰ ਸਾਹਿਬ ਉਹ ਹੈ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਹੈ, ਜੋ ਸਿੱਖਾਂ ਦਾ ਧਾਰਮਿਕ ਅਸਥਾਨ ਹੈ, ਜਾਂ ਮੈਂ ਇਦਾਂ ਕਹਿ ਲਵਾਂ ਸਿੱਖਾਂ ਦੀ ਜਿੰਦ ਜਾਨ ਹੈ, ਜਿਸ ਦੇ ਬਾਰੇ ਭੱਟ ਸਹਿਬਾਨ ਕਹਿੰਦੇ ਨੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਸ ਸਰੀਰ ਨੂੰ ਵੀ ਹਰਮੰਦਰ ਆਖਿਆ ਗਿਆ ਹੈ, ਇਸ ਸਰੀਰ ਨੂੰ ਵੀ ਹਰੀ ਦਾ ਮੰਦਰ ਆਖਿਆ ਗਿਆ ਹੈ। ਵੇਖੋ, ਇੱਕ ਤੇ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਹੈ ਜਿਹਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ, ਰੱਬ ਦਾ ਵਾਸਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਤੇਰਾ ਸਰੀਰ ਵੀ ਹਰੀ ਦਾ ਮੰਦਰ ਹੈ, ਇਹਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਹੈ, ਇਹਦੇ ਵਿੱਚ ਵੀ ਰੱਬ ਦਾ ਵਾਸਾ ਹੈ। ਪਾਵਨ ਬਾਣੀ ਪੜੋ, ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਮਹਾਰਾਜ ਕਹਿੰਦੇ ਨੇ ਹਰਮੰਦਰ ਇਹ ਸਰੀਰ ਹੈ। ਇਹ ਜਿਹੜਾ ਸਾਡਾ ਸਰੀਰ ਹੈ ਇਹ ਹਰੀ ਦਾ ਮੰਦਰ ਹੈ, ਭਾਵ ਇਹਦੇ ਵਿੱਚ ਰੱਬ ਵਸਦਾ ਹੈ, ਪਰਮਾਤਮਾ ਵਸਦਾ ਹੈ। ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਤੇ ਕਹਿੰਦੇ ਗੁਰੂ ਦੇ ਗਿਆਨ ਨਾਲ ਸਾਨੂੰ ਆਪਣੇ ਅੰਦਰ ਵਸਦੇ ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ, ਰੱਬ ਦੀ ਸੋਝੀ ਹੋ ਜਾਂਦੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਹਾਰਾਜ ਕਹਿੰਦੇ ਆ ਜਿਹੜਾ ਸਰੀਰ ਰੂਪੀ ਹਰਮੰਦਰ ਹੈ ਨਾ, ਆ ਜਿਹੜਾ ਸਰੀਰ ਹੈ ਇਹ ਤੈਨੂੰ ਪਰਮਾਤਮਾ ਨੇ ਦਿੱਤਾ ਹੈ, ਤੈਨੂੰ ਰੱਬ ਨੇ ਦਿੱਤਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਜੀ, ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਮਹਾਰਾਜ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਭੂਲ ਮਤ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਆ ਜਿਹੜਾ ਸਰੀਰ ਹੈ ਨਾ, ਸਰੀਰ, ਇਹ ਸਰੀਰ ਤੈਨੂੰ ਪਰਮਾਤਮਾ ਨੇ ਦਿੱਤਾ ਹੈ। ਆ ਜਿਹੜਾ ਸਰੀਰ ਹੈ ਇਹ ਤੈਨੂੰ ਪਰਮੇਸ਼ਰ ਨੇ ਦਿੱਤਾ ਹੈ। ਇੱਕ ਪੰਜਵੇਂ ਪਾਤਸ਼ਾਹ ਦਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਇਸ ਪਾਨੀ ਤੇ ਜਿਨ ਤੂੰ ਘਰਿਆ, ਸਰੀਰ ਦੀ ਗੱਲ ਕੀਤੀ ਵੀ ਸਰੀਰ ਤੈਨੂੰ ਰੱਬ ਨੇ ਦਿੱਤਾ ਹੈ, ਪਰਮਾਤਮਾ ਨੇ ਦਿੱਤਾ ਹੈ। ਇਸ ਪਾਨੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਮਹਾਰਾਜ ਕਹਿੰਦੇ ਇਹ ਸਰੀਰ ਤੈਨੂੰ ਪਰਮਾਤਮਾ ਨੇ ਦਿੱਤਾ ਏ, ਰੱਬ ਨੇ ਦਿੱਤਾ ਏ। 9 ਮਹੀਨੇ ਤੂੰ ਮਾਤਾ ਦੇ ਗਰਭ ਦੇ ਵਿੱਚ ਰਿਹਾ, ਉੱਥੇ ਤੇਰੀ ਰੱਖਿਆ ਕਰਨ ਵਾਲਾ ਕੇਵਲ ਤੇ ਕੇਵਲ ਪਰਮੇਸ਼ਰ ਹੈ, ਕੇਵਲ ਤੇ ਕੇਵਲ ਵਾਹਿਗੁਰੂ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆਂ ਜੀ, ਆਨੰਦ ਸਾਹਿਬ ਦਾ ਪਾਠ ਕਰਦੇ ਆਂ। ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆਂ ਤੇ ਗੁਰੂ ਅਮਰਦਾਸ ਮਹਾਰਾਜ ਵੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਵੇਖੋ ਸਾਧ ਸੰਗਤ, ਜੇ ਪਰਮਾਤਮਾ ਨੇ ਸਾਡੇ ਅੰਦਰ ਜੋਤ ਰੱਖੀ ਨਾ, ਜੋਤ ਰੱਖੀ, ਤੇ ਫਿਰ ਅਸੀਂ ਇਸ ਸਰੀਰ ਦੇ ਵਿੱਚ ਆਏ। ਕਹਿਣ ਤੋਂ ਭਾਵ ਇਹ ਸਰੀਰ ਜਿਹੜਾ ਹੈ ਨਾ, ਇਹ ਸਾਨੂੰ ਉਸ ਰੱਬ ਨੇ ਦਿੱਤਾ ਹੈ, ਉਸ ਪਰਮਾਤਮਾ ਨੇ ਦਿੱਤਾ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਾਇਆ। ਫਿਰ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ, ਫਿਰ ਤੇਰਾ ਇਸ ਸੰਸਾਰ ਦੇ ਵਿੱਚ ਆਉਣਾ ਹੋਇਆ ਹੈ। ਹੁਣ ਸਾਧ ਸੰਗਤ ਇਹ ਤੇ ਗੱਲ ਪਤਾ ਲੱਗ ਗਈ ਵੀ ਆਹ ਸਰੀਰ ਸਾਨੂੰ ਰੱਬ ਨੇ ਦਿੱਤਾ ਹੈ, ਪਰਮਾਤਮਾ ਨੇ ਦਿੱਤਾ ਹੈ। ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਇਹ ਸਰੀਰ ਦਿੱਤਾ ਕਾਦੇ ਵਾਸਤੇ ਹੈ? ਹਰ ਜਪੇ ਹਰ ਮੰਦਰ ਸਾਜਿਆ। ਇਹ ਸਰੀਰ ਕਾਦੇ ਵਾਸਤੇ ਦਿੱਤਾ ਹੈ? ਇਹ ਸਰੀਰ ਰੱਬ ਦੀ ਭਗਤੀ ਕਰਨ ਵਾਸਤੇ ਦਿੱਤਾ ਹੈ, ਇਹ ਸਰੀਰ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਦਿੱਤਾ ਹੈ। ਹੁਣ ਆਪਾਂ ਸਾਰੇ ਆਪਣੇ ਵੱਲ ਝਾਤੀ ਮਾਰੀਏ, ਕੀ ਅਸੀਂ ਰੱਬ ਦੀ ਭਗਤੀ ਕੀਤੀ? ਕੀ ਅਸੀਂ ਪਰਮਾਤਮਾ ਦੀ ਭਗਤੀ ਕੀਤੀ? ਇਹ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਜੀ?
परमात्मा दी भगती वास्ते मिलिया ना। गुरु अमरदास महाराज कहते ने ना, ए शरीरा मेरिया इस जग में आए के क्या तुद कर्म कमाया, के कर्म कमाया तुद शरीरा जा तू जग में आया, जिन हर तेरा रचन रचिया सो हर मन ना वसाया। उस परमात्मा ने तेनू ये शरीर दिता, कादे वास्ते दिता? रब दी भगती करन वास्ते दिता, परमात्मा दी भगती करन वास्ते दिता। पर तू उस रब नू, उस परमात्मा नू ते अपने हिरदे दे विच वसाया ही नहीं, उस वाहिगुरु नू अपने हिरदे दे विच वसाया ही नहीं। महाराज कहंदे लिव छुड़की लगी तृष्णा, माया अमर वरताया, ए माया जित हर विसरै, मौ उपजे भाओ दूजा लाया। मनुखा जन्म मिलिया सी रब दी भगती करन वास्ते, पर साध संगत माया दा ऐसा प्रभाव पिया, सानू ओ परमात्मा दा चेता ही भुल गया, ओ वाहिगुरु दा चेता ही भुल गया। साध संगत महाराज कहंदे हर जपे हरि दी भगती करन वास्ते ये शरीर मिलिया है, परमात्मा दी भगती करन वास्ते ये शरीर मिलिया है। गुरु ग्रंथ साहब दी बाणी विचों मैं आप जी दे नाल एक दो बचन सांझे करन लगा। पुछो महाराज नू, महाराज ये मनुखा जन्म दी प्राप्ति कादे वास्ते होई? ते महाराज कहंदे ने आयो सुनन पढ़न को बाणी। कादे वास्ते मिलिया ये मनुखा जन्म? ये मनुखा जन्म बाणी पढ़न वास्ते मिलिया है, ये मनुखा जन्म बाणी सुनन वास्ते मिलिया है। साध संगत ध्यान देना, जदों बाबर गुरु नानक साहब नू मिलिया ना, ते गुरु नानक साहब महाराज ने ना बाबर नू एक सवाल कीता, बाबर बा ऐश कोश के आलम दोबारा नेस्त। बाबर मैनू दस ये मनुखा जन्म कादे वास्ते मिलिया है? ते बाबर कहंदा है ये मनुखा जन्म जेड़ा है ना, ये रंग रलियां भोगण वास्ते मिलिया है, ऐश परस्ती भोगण वास्ते मिलिया है। ते गुरु नानक साहब महाराज ने पता की कहा सी? गुरु नानक साहब ने कहा सी, बाबर बा होश बाश के आलम दोबारा नेस्त। बाबर होश कर, तू किद्दां दियां गल्लां कर रहा है? तू कहना है ये मनुखा जन्म रंग भोगण वास्ते मिले, माइक पदार्थ भोगण वास्ते मिले, भी इस मनुखा जन्म दे विच जिन्नियां ऐछां लईआं जाण उन्नियां थोड़ियां ने। बाबर होश कर, ये मनुखा जन्म एक वारी मिलिया है, दोबारा इहदी प्राप्ति नहीं होनी। ये कादे वास्ते मिलिया है? ये रब दी भगती करन वास्ते मिलिया, ये परमात्मा दी भगती करन वास्ते मिलिया, चंगे काम करन वास्ते मिलिया, चंगे काम करन वास्ते। ते महाराज दी बाणी पढ़ो, महाराज बाणी दे विच भी कहंदे ने कादे वास्ते मनुखा जन्म दी प्राप्ति होई? भई प्रापत मानुख देहुरिया, गोबिंद मिलन की एह तेरी बरिया, अवर काज तेरे किते ना काम, मिल साध संगत भज केवल नाम। हुण साध संगत आ जिहड़ा शब्द है ना, कई बारी असीं भुलेखा खा जाने आ भी अवर काज तेरे किते ना काम, मिल साध संगत भज केवल नाम। भी होर कोई काम नहीं करना चाहिए, जां होर कोई काम किसी लेखे दे विच नहीं, केवल रब दी भगती करनी चाहिए है। नहीं साध संगत, एदा मतलब यह है, महाराज कहंदे ने तू जिन्ने मर्जी कर्म करी जा, तू जिन्ने मर्जी कर्म करी जा, जो मर्जी करी जा। जे तू सवेरे गुरु घर नहीं जांदा, नितनेम नहीं करदा, बाणी नहीं पढ़दा, रब दी भगती नहीं करदा, ते सच जानी ये जिन्ने कर्म ने तेरे कीते होए ये किसे लेखे दे विच नहीं, ये किसे लेखे दे विच नहीं, तेरे कीते हुए कर्म किसे लेखे दे विच नहीं, जे तू रब दी भगती नहीं करदा। ते महाराज कहंदे ने भई प्रापत मानख देहुरिया, ये मनुखा जन्म कादे वास्ते मिलिया? भई प्रापत मानख देहुरिया, गोबिंद मिलन की एह तेरी बरिया, अवर काज तेरे किते ना काम, मिल साध संगत भज केवल नाम। ये मनुखा जन्म मिलिया रब दी भगती करन वास्ते। महाराज ने बाणी च कहा, जप मन सतनाम सदा सतनाम, हलत पलत मुख उजल होई है, नित ध्याइयै हर पुरख निरंजना। सिखा रब दी भगती कर, परमात्मा दी भगती कर। जे रब दी भगती करेगा, परमात्मा दी भगती करेगा, ते तेरा जीवन जेड़ा है वो सवारिया जावेगा, भाव तेरा जीवन जेड़ा है वो सोहना बन जावेगा। ते साध संगत महाराज कहंदे ने
ਆ ਹਰਮੰਦਰ ਰੂਪੀ ਸਰੀਰ ਸਾਨੂੰ ਰੱਬ ਨੇ ਦਿੱਤਾ ਹੈ, ਪਰਮਾਤਮਾ ਨੇ ਦਿੱਤਾ ਹੈ। ਕਾਦੇ ਵਾਸਤੇ ਦਿੱਤਾ ਹੈ? ਰੱਬ ਦੀ ਭਗਤੀ ਕਰਨ ਵਾਸਤੇ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹੜੇ ਸੰਤ ਜਨ ਨੇ, ਜਿਹੜੇ ਭਗਤ ਜਨ ਨੇ, ਉਹ ਉਸ ਪਰਮਾਤਮਾ ਦੀ ਭਗਤੀ ਕਰਕੇ, ਉਸ ਵਾਹਿਗੁਰੂ ਦੀ ਭਗਤੀ ਕਰਕੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਬਣਾ ਲੈਂਦੇ ਹਨ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜਾ ਰੱਬ ਦੀ ਭਗਤੀ ਕਰਦਾ ਹੈ ਨਾ, ਪਰਮਾਤਮਾ ਦੀ ਭਗਤੀ ਕਰਦਾ ਹੈ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ, ਸੱਚ ਜਾਣਿਓ ਸਾਧ ਸੰਗਤ, ਗੁਰੂ ਉਹਦੇ ਸਾਰੇ ਪਾਪ ਕੱਟ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਸਾਧ ਸੰਗਤ ਤੁਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਸਰੈਂਡਰ ਕਰ ਦਿਓ। ਸਰੈਂਡਰ ਕਰਨਾ ਕੀ ਹੈ? ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਵੇਖੋ ਜੀ, ਅਸੀਂ ਤਨ ਵੀ ਗੁਰੂ ਨੂੰ ਸਰੈਂਡਰ ਕਰਦੇ ਆਂ ਤੇ ਅਸੀਂ ਧਨ ਵੀ ਗੁਰੂ ਨੂੰ ਸਰੈਂਡਰ ਕਰਦੇ ਆਂ। ਮਾਫ ਕਰਨਾ, ਸਾਰੀ ਜ਼ਿੰਦਗੀ ਅਸੀਂ ਆਪਣਾ ਮਨ ਗੁਰੂ ਅੱਗੇ ਸਰੈਂਡਰ ਨਹੀਂ ਕਰਦੇ, ਅਸੀਂ ਆਪਣਾ ਮਨ ਗੁਰੂ ਅੱਗੇ ਸਮਰਪਿਤ ਨਹੀਂ ਕਰਦੇ। ਵੇਖੋ ਜਿੰਨੇ ਮਰਜ਼ੀ ਔਗਣ ਹੋਣ, ਜਿੰਨੀਆਂ ਮਰਜ਼ੀ ਸਾਡੇ ਕੋਲ ਗਲਤੀਆਂ ਹੋਈਆਂ ਹੋਣ, ਜਿੰਨੇ ਮਰਜ਼ੀ ਸਾਡੇ ਕੋਲ ਪਾਪ ਹੋਏ ਹੋਣ, ਇੱਕ ਵਾਰੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮਹਾਰਾਜ ਕਿਰਪਾ ਕਰੋ, ਸਤਿਗੁਰੂ ਜੀ ਪਿੱਛੇ ਬੜੇ ਪਾਪ ਹੋਏ, ਪਰ ਮਹਾਰਾਜ ਅੱਜ ਤੋਂ ਬਾਅਦ ਮੈਂ ਪਾਪ ਨਹੀਂ ਕਰਦਾ। ਗੁਰੂ ਸਾਹਿਬ ਜੀ ਮੇਰੀ ਬਾਹ ਫੜੋ, ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ। ਤੇ ਸੱਚ ਜਾਣਿਓ ਫਿਰ ਗੁਰੂ ਸਾਰੇ ਪਾਪ ਕੱਟ ਦਿੰਦਾ ਹੈ। ਜਦੋਂ ਭਾਈ ਨੰਦ ਲਾਲ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਨਾ, ਵੇਖੋ ਸਾਧ ਸੰਗਤ, ਮੈਂ ਕਹਿੰਦਾ ਜੇ ਪਿਆਰ ਪਾਉਣਾ ਹੈ ਨਾ, ਗੁਰੂ ਨਾਲ ਪਿਆਰ ਪਾਉਣਾ ਹੈ ਤੇ ਭਾਈ ਨੰਦ ਲਾਲ ਸਿੰਘ ਵਰਗਾ ਪਾਓ। ਭਾਈ ਨੰਦ ਲਾਲ ਸਿੰਘ ਪਤਾ ਕੀ ਕਹਿੰਦੇ ਨੇ? ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਸਿੰਘ ਕਹਿੰਦੇ ਮੈਂ ਜਿੱਧਰ ਵੀ ਵੇਖਦਾ ਆ ਨਾ, ਮੈਂ ਜਿੱਧਰ ਵੀ ਵੇਖਦਾ ਆ, ਮੈਨੂੰ ਉਧਰ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਇਹਨੂੰ ਕਹਿੰਦੇ ਨੇ ਪਿਆਰ, ਇਹਨੂੰ ਕਹਿੰਦੇ ਨੇ ਪਿਆਰ। ਹੁਣ ਸਾਧ ਸੰਗਤ, ਜਦੋਂ ਭਾਈ ਨੰਦ ਲਾਲ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਤੇ ਜਦੋਂ ਭਾਈ ਨੰਦ ਲਾਲ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਹ ਗੱਲ ਕਹੀ ਕਿ ਮਹਾਰਾਜ ਹੁਣ ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ, ਮੈਨੂੰ ਪਤਾ ਮੈਨੂੰ ਪੂਰੇ ਗੁਰੂ ਦੀ ਸ਼ਰਨ ਮਿਲ ਗਈ, ਹੁਣ ਮੇਰਾ ਪਾਰ ਉਤਾਰਾ ਹੋ ਜਾਣਾ ਹੈ, ਹੁਣ ਮੇਰਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਣਾ ਹੈ, ਮੇਰਾ ਜੀਵਨ ਭਾਗਾਂ ਵਾਲਾ ਬਣ ਜਾਣਾ ਹੈ। ਪਰ ਮਹਾਰਾਜ ਜਿਹੜਾ ਮੇਰਾ ਪਿਛਲਾ ਜਨਮ ਨਿਸਫਲ ਗਿਆ ਹੈ, ਮਹਾਰਾਜ ਉਹਦਾ ਕੀ ਕਰਾਂ? ਤੇ ਕਲਗੀਧਰ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ, ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਮਹਾਰਾਜ ਕਹਿੰਦੇ ਪਿੱਛੇ ਜੋ ਹੋ ਗਿਆ ਕੋਈ ਗੱਲ ਨਹੀਂ, ਪਰ ਭਾਈ ਨੰਦ ਲਾਲ ਸਿੰਘ ਜੀ ਹੁਣ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪਣਾ ਜੀਵਨ ਸੋਹਣਾ ਬਣਾਓ, ਰੱਬ ਦੀ ਭਗਤੀ ਕਰੋ, ਪਰਮਾਤਮਾ ਦੀ ਭਗਤੀ ਕਰੋ। ਤੇ ਮੈਂ ਬੇਨਤੀ ਕਰਾਂ, ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ ਸਾਧ ਸੰਗਤ, ਗੁਰੂ ਉਹਦੇ ਸਾਰੇ ਪਾਪ ਕੱਟ ਦਿੰਦਾ ਹੈ, ਗੁਰੂ ਉਹਦੇ ਸਾਰੇ ਵਿਕਾਰ ਕੱਟ ਦਿੰਦਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਆਂ ਜੀ, ਪਾਵਨ ਬਾਣੀ ਦੇ ਵਿੱਚੋਂ ਮੈਂ ਇੱਕ ਦੋ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਉਹ ਮੇਰਿਆ ਮਨਾ ਰੱਬ ਦੇ ਨਾਲ ਪਿਆਰ ਪਾ, ਪਰਮਾਤਮਾ ਦੇ ਨਾਲ ਪਿਆਰ ਪਾ। ਗੁਰੂ ਸਾਹਿਬ ਕਹਿੰਦੇ ਰੱਬ ਨਾਲ ਪਿਆਰ ਪਾ, ਪਰਮਾਤਮਾ ਦੇ ਨਾਲ ਪਿਆਰ ਪਾ। ਵੇਖੋ ਸਾਧ ਸੰਗਤ, ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਇਆ ਤ੍ਰਿਗ। ਜਿਹੜੇ ਸਹਿਜ ਪਾਠ ਕਰਦੇ ਨੇ ਉਹ ਭਲੀ ਭਾਂਤ ਜਾਣਦੇ ਨੇ, ਬਹੁਤ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤ੍ਰਿਗ ਸ਼ਬਦ ਆਇਆ। ਰਹਿ ਰਾਸ ਦੇ ਵਿੱਚ ਵੀ ਆਉਂਦਾ ਤ੍ਰਿਗ ਜੀਵੈ ਤ੍ਰਿਗ ਜੀਵਾਸ, ਜਾਂ ਪਾਵਨ ਬਾਣੀ ਚ ਬਚਨ ਆਉਂਦਾ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ।
ਹੁਣ ਇਹ ਜਿਹੜਾ ਧ੍ਰਿਗ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਹੈ ਨਾ, ਮਾਫ ਕਰਨਾ ਸਾਧ ਸੰਗਤ, ਕਿਸੇ ਬੰਦੇ ਨੂੰ 100 ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਨਾ, ਫਿੱਟੇ ਮੂੰਹ ਕਹਿਣਾ ਹੋਵੇ, ਤੇ ਮੇਰੇ ਮਾਲਕ ਨੇ ਬਾਣੀ 'ਚ ਇੱਕੋ ਹੀ ਸ਼ਬਦ ਵਰਤਿਆ, ਧ੍ਰਿਗ। ਮਾਫ ਕਰਨਾ ਜੀ, ਮੈਨੂੰ ਕਿਸੇ ਬੰਦੇ ਨੂੰ 100 ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਤੇ ਗੁਰੂ ਸਾਹਿਬ ਨੇ ਬਾਣੀ 'ਚ ਇੱਕੋ ਹੀ ਸ਼ਬਦ ਵਰਤਿਆ, ਧ੍ਰਿਗ। ਤੇ ਮਹਾਰਾਜ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਧ੍ਰਿਗ ਅਵੇਹਾ ਜੀਵਿਆ ਜਿਤ ਹਰ ਪ੍ਰੀਤ ਨਾ ਪਾਏ। ਕਹਿੰਦੇ ਜਿਹੜਾ ਬੰਦਾ ਰੱਬ ਨੂੰ ਪਿਆਰ ਨਹੀਂ ਕਰਦਾ, ਪ੍ਰਮਾਤਮਾ ਨੂੰ ਪਿਆਰ ਨਹੀਂ ਕਰਦਾ, ਕਹਿੰਦੇ ਉਹਦਾ ਇਸ ਸੰਸਾਰ ਦੇ ਵਿੱਚ ਰਹਿਣਾ ਧ੍ਰਿਗ ਹੈ, ਉਹਦਾ ਇਸ ਸੰਸਾਰ ਦੇ ਵਿੱਚ ਰਹਿਣਾ ਧਿਰਕਾਰ ਹੈ। ਜਾਂ ਆਪਾਂ ਪਾਵਨ ਬਾਣੀ ਦੇ ਵਿੱਚ ਬਚਨ ਪੜ੍ਹਦੇ ਆ, ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਨਿਆਨੀ ਧਨਵੰਤ। ਬੰਦਾ ਸਰੀਰਕ ਤੌਰ ਤੇ ਬੜਾ ਸੁੰਦਰ ਹੋਵੇ, ਬੜਾ ਸੋਹਣਾ ਹੋਵੇ, ਅਤ ਸੁੰਦਰ ਕੁਲੀਨ ਚਤਰ, ਚਤਰ ਬੜਾ ਹੋਵੇ, ਮੁਖ ਨਿਆਨੀ ਧਨਵੰਤ, ਮੂੰਹ ਦਾ ਬੜਾ ਗਿਆਨੀ ਧਿਆਨੀ ਹੋਵੇ, ਭਾਵ ਬੜੀਆਂ ਗਿਆਨ ਵਾਲੀਆਂ ਗੱਲਾਂ ਕਰਦਾ ਹੋਵੇ, ਪਰ ਅਗਲੇ ਬੰਨੇ ਮਹਾਰਾਜ ਕਹਿੰਦੇ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬਾਬਾ ਜੀ ਕਹਿੰਦੇ ਸੋਹਣਾ ਬਹੁਤ ਹੈ, ਗੱਲਾਂ ਬੜੀਆਂ ਗਿਆਨ ਵਾਲੀਆਂ ਕਰਦਾ ਏ, ਬੜਾ ਚਤੁਰ ਚਲਾਕ ਵੀ ਏ, ਪਰ ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਆਤਮਿਕ ਮੌਤੇ ਮਰਿਆ ਹੋਇਆ ਹੈ। ਕਿਉਂ? ਕਿਉਂਕਿ ਇਹ ਰੱਬ ਨੂੰ ਪਿਆਰ ਨਹੀਂ ਕਰਦਾ, ਇਹ ਪ੍ਰਮਾਤਮਾ ਨੂੰ ਪਿਆਰ ਨਹੀਂ ਕਰਦਾ, ਇਹਦੇ ਕੋਲ ਰੱਬ ਦੀ ਭਗਤੀ ਨਹੀਂ, ਇਹਦੇ ਕੋਲ ਪ੍ਰਮਾਤਮਾ ਦੀ ਭਗਤੀ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ, ਹੇ ਮੇਰਿਆ ਮਣਾ ਰੱਬ ਨੂੰ ਪਿਆਰ ਕਰ, ਪਰਮਾਤਮਾ ਨੂੰ ਪਿਆਰ ਕਰ। ਅੱਗੇ ਮਹਾਰਾਜ ਕਹਿੰਦੇ ਸਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਇੱਕ ਗੱਲ ਚੇਤੇ ਰੱਖਣਾ ਸਾਧ ਸੰਗਤ, ਜਿਹੜਾ ਰੱਬ ਨੂੰ ਪਿਆਰ ਕਰਦਾ ਹੈ ਨਾ, ਉਹੋ ਹੀ ਕੰਨਾਂ ਦੇ ਨਾਲ ਬਾਣੀ ਸੁਣ ਸਕਦਾ ਹੈ ਤੇ ਰਸਨਾ ਦੇ ਨਾਲ ਬਾਣੀ ਗਾ ਸਕਦਾ ਹੈ। ਵੇਖੋ ਜੀ, ਜਿਹੜੀਆਂ ਰੱਬ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਨੇ ਨਾ, ਉਹ ਘਰਾਂ 'ਚ ਤੇ ਬਾਣੀ ਸੁਣਦੀਆਂ ਹੀ ਸੁਣਦੀਆਂ ਨੇ, ਪਰ ਕਿਤੇ ਤੁਸੀਂ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਜਾਇਓ, ਗੱਡੀ ਦੇ ਵਿੱਚ ਵੀ ਗੁਰਬਾਣੀ ਦਾ ਕੀਰਤਨ ਲੱਗਾ ਹੋਵੇਗਾ। ਜਿਨ੍ਹਾਂ ਦਾ ਰੱਬ ਨਾਲ ਪਿਆਰ ਹੈ, ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਪਿਆਰ ਹੈ, ਜਿਹੜੇ ਰੱਬ ਨੂੰ ਪਿਆਰ ਕਰਦੇ ਨੇ, ਉਹ ਘਰਾਂ ਦੇ ਵਿੱਚ ਤੇ ਕੰਨਾਂ ਨਾਲ ਬਾਣੀ ਸੁਣਦੇ ਨੇ। ਕਿਤੇ ਤੁਸੀਂ ਉਹਨਾਂ ਦੀ ਗੱਡੀ ਦੇ ਵਿੱਚ ਵੀ ਬੈਠ ਜਾਓ, ਗੱਡੀ ਦੇ ਵਿੱਚ ਵੀ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਦੀ ਕਥਾ ਜਾਂ ਗੁਰਬਾਣੀ ਦਾ ਪਾਠ ਚੱਲਦਾ ਹੋਵੇਗਾ। ਤੇ ਮਾਫ ਕਰਨਾ, ਜਿਹੜੇ ਰੱਬ ਨੂੰ ਪਿਆਰ ਹੀ ਨਹੀਂ ਕਰਦੇ, ਨਾ ਤੇ ਉਹ ਕੰਨਾਂ ਦੇ ਨਾਲ ਬਾਣੀ ਸੁਣ ਸਕਦੇ ਨੇ ਤੇ ਨਾ ਰਸਨਾ ਦੇ ਨਾਲ ਬਾਣੀ ਨੂੰ ਗਾ ਸਕਦੇ ਨੇ, ਰਸਨਾ ਦੇ ਨਾਲ ਬਾਣੀ ਨੂੰ ਗਾ ਸਕਦੇ ਨੇ। ਹੁਣ ਇਹ ਜਿਹੜੇ ਕੰਨ ਨੇ ਨਾ, ਇਹ ਕੰਨ ਸਾਨੂੰ ਗੁਰੂ ਸਾਹਿਬ ਨੇ ਚੁਗਲੀ ਨਿੰਦਿਆ ਸੁਣਨ ਵਾਸਤੇ ਨਹੀਂ ਦਿੱਤੇ। ਮਾਫ ਕਰਨਾ ਜੀ, ਅਸੀਂ ਸਾਰਾ ਦਿਨ ਚੁਗਲੀ ਨਿੰਦਿਆ ਸੁਣਦੇ ਹਾਂ। ਇਹ ਕੰਨ ਸਾਨੂੰ ਸਾਡੇ ਗੁਰੂ ਸਾਹਿਬ ਨੇ ਚੁਗਲੀ ਨਿੰਦਿਆ ਸੁਣਨ ਵਾਸਤੇ ਨਹੀਂ ਦਿੱਤੇ। ਇਹ ਕਾਹਦੇ ਵਾਸਤੇ ਦਿੱਤੇ ਨੇ? ਪੁੱਛੋ ਗੁਰੂ ਸਾਹਿਬ ਨੂੰ ਵੀ ਗੁਰੂ ਸਾਹਿਬ ਜੀ ਦੱਸੋ ਇਹ ਕੰਨ ਕਾਹਦੇ ਵਾਸਤੇ ਦਿੱਤੇ ਨੇ? ਆ ਸਰੀਰ ਦੇ ਵਿੱਚ ਤੁਸੀਂ ਕੰਨ ਲਾਏ ਨੇ, ਇਹ ਕਾਹਦੇ ਵਾਸਤੇ ਲਾਏ ਨੇ? ਤੇ ਮਹਾਰਾਜ ਕਹਿੰਦੇ ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਸੱਚ ਸਮਾਣੀ। ਇਹ ਕੰਨ ਕਾਦੇ ਵਾਸਤੇ ਦਿੱਤੇ ਨੇ? ਰੱਬ ਨੇ, ਪ੍ਰਮਾਤਮਾ ਨੇ ਇਹ ਕੰਨ ਦਿੱਤੇ ਨੇ ਬਾਣੀ ਸੁਣਨ ਵਾਸਤੇ, ਸੱਚ ਸੁਣਨ ਵਾਸਤੇ, ਸੱਚ ਸੁਣਨ ਵਾਸਤੇ। ਆਪਾਂ ਪਾਵਨ ਬਾਣੀ 'ਚ ਬਚਨ ਪੜ੍ਹਦੇ ਆ ਨਾ, ਤੇ ਸਰਵਣ ਭਲੇ ਸੋਭਨੀਕ ਹੈ ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਕਹਿੰਦੇ ਉਹ ਕੰਨ ਬੜੇ ਸੋਹਣੇ ਨੇ। ਕਿਹੜੇ ਕੰਨ? ਜਿਹੜੇ ਕੰਨ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦੇ ਨੇ, ਰੱਬ ਦੀ ਸਿਫਤ ਸਲਾਹ ਸੁਣਦੇ ਨੇ। ਤੇ ਮਹਾਰਾਜ ਕਹਿੰਦੇ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ, ਕੰਨਾਂ ਦੇ ਨਾਲ ਉਹ ਬਾਣੀ ਸੁਣਦੇ ਨੇ, ਅਰ ਗਾਓ ਰਸਨਾ ਗੀਤ, ਇਸ ਰਸਨਾ ਦੇ ਨਾਲ ਉਹ ਰੱਬ ਦੀ ਸਿਫਤ ਸਲਾਹ ਕਰਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਰ ਸਾਧ ਸੰਗਤ ਸਿਮਰ ਮਾਦੋ ਹੋਹੇ ਪਤਿਤ ਪੁਨੀਤ। ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਪੈ ਗਿਆ, ਜਿਨ੍ਹਾਂ ਨੇ ਕੰਨਾਂ ਦੇ ਨਾਲ ਬਾਣੀ ਸੁਣੀ, ਰਸਨਾ ਦੇ ਨਾਲ ਬਾਣੀ ਗਾਈ, ਜਦੋਂ ਉਹ ਗੁਰੂ ਦੀ ਸੰਗਤ ਵਿੱਚ ਆਏ ਤੇ ਸੱਚ ਜਾਣਿਓ ਗੁਰੂ ਨੇ ਕਿਰਪਾ ਕੀਤੀ, ਉਹਨਾਂ ਵਿਕਾਰੀ ਮਨੁੱਖਾਂ ਨੂੰ ਪਵਿੱਤਰ ਬਣਾ ਦਿੱਤਾ, ਉਹਨਾਂ ਪਾਪੀ ਮਨੁੱਖਾਂ ਨੂੰ ਪਵਿੱਤਰ ਬਣਾ ਦਿੱਤਾ, ਉਹਨਾਂ ਦੇ ਸਾਰੇ ਪਾਪ ਕੱਟ ਦਿੱਤੇ। ਹੁਣ ਵੇਖੋ ਜੀ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਦੋ ਪਾਪੀਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਉਂਦਾ ਹੈ, ਇੱਕ ਗਣਕਾ ਦਾ ਤੇ ਇੱਕ
ਅਜਾਮਲ ਦਾ। ਗਣਕਾ ਵੇਸਵਾ ਸੀ, ਵਿਕਾਰ ਭੋਗਦੀ ਸੀ, ਤੇ ਉਹਨੂੰ ਵੀ ਮਹਾਰਾਜ ਨੇ ਬਾਣੀ 'ਚ ਪਾਪਣ ਕਿਹਾ। ਤੇ ਜੇ ਅਜਾਮਲ ਦੀ ਗੱਲ ਕਰੀਏ, ਉਹਨੂੰ ਵੀ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਪਾਪੀ ਕਿਹਾ। ਪਰ ਕਿਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਉਹਨਾਂ ਨੇ ਰੱਬ ਦੀ ਭਗਤੀ ਕੀਤੀ, ਸੰਗਤ ਕੀਤੀ, ਤੇ ਕੀ ਹੋਇਆ? ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ। ਮਣਾ ਗੁਰੂ ਦੀ ਸ਼ਰਨ ਵਿੱਚ ਆ। ਕਿਉਂ? ਗੁਰੂ ਦੀ ਸ਼ਰਨ ਵਿੱਚ ਆ ਕੇ ਗਣਕਾ ਵਰਗੀ ਪਾਪਣ ਦਾ ਉਧਾਰ ਹੋ ਗਿਆ, ਫਿਰ ਤੇਰਾ ਕਿਉਂ ਨਾ ਉਧਾਰ ਹੋਵੇਗਾ। ਅੱਗੇ ਮਹਾਰਾਜ ਇਸੇ ਸ਼ਬਦ ਦੇ ਵਿੱਚ ਐਂਡ ਦੇ ਵਿੱਚ ਜਾ ਕੇ ਕਹਿੰਦੇ ਨੇ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਨਿਮਖ ਮਾਹੇ ਨਿਸਤਾਰਾ। ਅਜਾਮਲ ਪਾਪੀ ਸੀ, ਉਹਨੇ ਰੱਬ ਦੀ ਭਗਤੀ ਕੀਤੀ, ਉਹ ਵੀ ਜੀਂਦੇ ਜੀ ਮੁਕਤ ਹੋ ਗਿਆ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਭਾਵ ਪਰਮਾਤਮਾ ਦਾ ਸਿਮਰਨ ਕਰਦਾ ਹੈ, ਗੁਰੂ ਉਹਦੇ ਤੇ ਕਿਰਪਾ ਕਰਦਾ ਹੈ, ਪਾਪੀ ਮਨੁੱਖ ਨੂੰ ਪਵਿੱਤਰ ਬਣਾ ਦਿੰਦਾ ਹੈ। ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਭ ਕੀ ਉਤਮ ਬਾਣੀ। ਜਦੋਂ ਗੁਰੂ ਦੀ ਉੱਤਮ ਬਾਣੀ ਗਾਈ, ਜਦੋਂ ਰੱਬ ਦੀ ਭਗਤੀ ਕੀਤੀ, ਤੇ ਕਹਿੰਦੇ ਆਤਮਿਕ ਅਵਸਥਾ ਪ੍ਰਾਪਤ ਹੋ ਗਈ। ਜਦੋਂ ਗੁਰੂ ਦੀ ਉੱਤਮ ਬਾਣੀ ਨੂੰ ਗਾਇਆ, ਪੜ੍ਹਿਆ, ਸਮਝਿਆ, ਜਦੋਂ ਰੱਬ ਦੀ ਭਗਤੀ ਕੀਤੀ, ਤੇ ਕੀ ਪ੍ਰਾਪਤ ਹੋਇਆ ਜੀ? ਆਤਮਿਕ ਅਵਸਥਾ ਪ੍ਰਾਪਤ ਹੋ ਗਈ। ਆਤਮਿਕ ਅਵਸਥਾ ਕਿੱਦਾਂ ਦੀ ਅਵਸਥਾ? ਜਿਹੜੀ ਬਾਬਾ ਕਬੀਰ ਸਾਹਿਬ ਨੂੰ ਪ੍ਰਾਪਤ ਹੋਈ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਉਹ ਅਵਸਥਾ ਜਿਹੜੀ ਭਗਤ ਰਵਿਦਾਸ ਸਾਹਿਬ ਨੂੰ ਪ੍ਰਾਪਤ ਹੋਈ, ਪਰਮਾਤਮਾ ਦੇ ਵਿੱਚ ਇੱਕਮਿਕ ਹੋ ਕੇ ਜਿਹੜੀ ਭਗਤ ਰਵਿਦਾਸ ਸਾਹਿਬ ਨੂੰ ਪ੍ਰਾਪਤ ਹੋਈ। ਕਹਿੰਦੇ ਨੇ ਨਾ ਭਗਤ ਰਵਿਦਾਸ ਜੀ ਵੀ ਮੇਰੀ ਅਵਸਥਾ ਕਿੱਦਾਂ ਦੀ ਬਣ ਗਈ? ਬੇਗਮਪੁਰਾ ਸ਼ਹਿਰ ਕੋ ਨਾਉ। ਸਾਧ ਸੰਗਤ, ਸਾਨੂੰ ਤੇ ਸਾਰਾ ਦਿਨ ਗਾਮੀ ਖਾਈ ਜਾਂਦੇ ਨੇ, ਸਾਨੂੰ ਤੇ ਸਾਰਾ ਦਿਨ ਝੋਰੇ ਹੀ ਖਾਈ ਜਾਂਦੇ ਨੇ, ਸਾਨੂੰ ਤੇ ਸਾਰਾ ਦਿਨ ਟੈਨਸ਼ਨ ਹੀ ਖਾਈ ਜਾਂਦੀ ਹੈ। ਮਾਫ ਕਰਨਾ, ਅੱਜ ਇਸ ਸਮਾਜ ਦੇ 80% ਲੋਕ ਡਿਪਰੈਸ਼ਨ ਦੇ ਵਿੱਚ ਹੈ, ਕਿਸੇ ਨਾ ਕਿਸੇ ਟੈਨਸ਼ਨ ਦੇ ਵਿੱਚ ਹੈ। ਤੇ ਉਹ ਪਤਾ ਕਿਹੜੇ ਨੇ? ਜਿਹੜੇ ਬਾਣੀ ਨਹੀਂ ਪੜ੍ਹਦੇ, ਜਿਹੜੇ ਗੁਰੂ ਘਰ ਨਹੀਂ ਆਉਂਦੇ, ਜਿਹੜੇ ਰੱਬ ਦੀ ਭਗਤੀ ਨਹੀਂ ਕਰਦੇ। ਮਾਫ ਕਰਨਾ, ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਗੁਰੂ ਘਰ ਆਉਂਦੇ ਨੇ, ਉਹਨਾਂ ਦਾ ਜੀਵਨ ਚੜ੍ਹਦੀ ਕਲਾ ਵਾਲਾ ਹੈ। ਉਹਨਾਂ ਨੂੰ ਕੋਈ ਪਰਵਾਹ ਨਹੀਂ। ਵੱਡੇ ਤੋਂ ਵੱਡਾ ਦੁੱਖ ਆ ਜਾਵੇ ਨਾ, ਉਹ ਪਰਵਾਹ ਨਹੀਂ ਕਰਦੇ। ਉਹ ਤੇ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗੇ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੇ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਕੋ ਪੁਰਖ ਕਹੀਐ ਜੀਵਨ ਮੁਕਤ। ਬਾਬਾ ਜੀ ਕਹਿੰਦੇ ਨੇ, ਜਿਹੜੇ ਦੁੱਖ ਤੇ ਸੁੱਖ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ, ਰੱਬ ਦੀ ਭਗਤੀ ਕਰਦੇ ਨੇ, ਅਸਲ ਦੇ ਵਿੱਚ ਉਹੋ ਹੀ ਗੁਰਸਿੱਖ ਨੇ। ਤੇ ਸੱਚ ਜਾਣਿਓ ਸਾਧ ਸੰਗਤ, ਇਹ ਬਖਸ਼ਿਸ਼ਾਂ ਤਾਂ ਹੀ ਹੁੰਦੀਆਂ ਨੇ ਜੇ ਅਸੀਂ ਰੱਬ ਦੀ ਭਗਤੀ ਕਰਾਂਗੇ। ਤੇ ਭਗਤ ਰਵਿਦਾਸ ਜੀ ਕਹਿੰਦੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤਹਿ ਠਾਉ, ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ਼ ਦਵਾਲ। ਰੱਬ ਦੀ ਭਗਤੀ ਕਰਕੇ ਮਨੁੱਖ ਦੀ ਜਿਹੜੀ ਅਵਸਥਾ ਹੈ ਉਹ ਬਹੁਤ ਉੱਚੀ ਬਣ ਜਾਂਦੀ ਹੈ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਕਥੀ ਅਕਥ ਕਹਾਣੀ। ਸਾਧ ਸੰਗਤ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਕਥੀ ਅਕਥ ਕਹਾਣੀ। ਉਹ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਸਿਫਤ ਸਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਸੱਚ ਜਾਣਿਓ, ਜਿਹੜਾ ਉਸ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਉਸ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹਦਾ ਜੀਵਨ ਸਹਿਜ ਵਾਲਾ ਬਣ ਜਾਂਦਾ ਹੈ। ਭਲਾ ਸੰਜੋਗ ਮੂਰਤ ਪਲ ਸਾਚਾ, ਅਵਿਚਲ ਨੀਵ ਰਖਾਈ। ਭਲਾ ਸੰਜੋਗ, ਇੱਥੇ ਭਲੇ ਸੰਜੋਗ ਦੇ ਅਰਥ ਨੇ ਜਿੱਦਣ ਮੈਨੂੰ ਰੱਬ ਮਿਲ ਗਿਆ, ਜਿੱਦਣ ਮੈਨੂੰ ਪਰਮਾਤਮਾ ਮਿਲ ਗਿਆ। ਵੇਖੋ ਸਾਧ ਸੰਗਤ, ਸਾਨੂੰ ਤੇ ਅਜੇ ਇਹ ਹੀ ਨਹੀਂ ਪਤਾ ਵੀ ਰੱਬ ਦੀ ਪ੍ਰਾਪਤੀ ਕਿੱਦਾਂ ਹੋਣੀ ਹੈ।
ਰੱਬ ਦੀ ਪ੍ਰਾਪਤੀ ਵਾਸਤੇ ਅਸੀਂ ਦਰ ਦੇ ਉੱਤੇ ਭਟਕ ਰਹੇ ਹਾਂ, ਦਰ ਦੇ ਉੱਤੇ ਭਟਕ ਰਹੇ ਹਾਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜੇ ਪਿਆਰੇ ਬਚਨ ਕੀਤੇ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਕਲਗੀਧਰ ਪਾਤਸ਼ਾਹ ਕਹਿੰਦੇ ਭਟਕਣ ਦੀ ਲੋੜ ਨਹੀਂ, ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਪਾਲਾ। ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇਰਾ ਪਿਆਰ ਪੈ ਗਿਆ, ਉਦਣ ਤੈਨੂੰ ਆਪਣੇ ਆਪ ਹੀ ਰੱਬ ਮਿਲ ਜਾਵੇਗਾ, ਆਪਣੇ ਆਪ ਹੀ ਪ੍ਰਮਾਤਮਾ ਮਿਲ ਜਾਵੇਗਾ। ਵੇਖੋ ਸਾਧ ਸੰਗਤ, ਆਪਾਂ ਮੂਲ ਮੰਤਰ ਦਾ ਸੰਖੇਪ ਰੂਪ ਜਦੋਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਭਾਵ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਤੇ ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਸਤਿਗੁਰ ਪ੍ਰਸਾਦ। ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਪਾਵਨ ਬਾਣੀ ਦੇ ਵਿੱਚ ਵੀ ਪਾਤਸ਼ਾਹ ਦੇ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾ ਰੱਬ ਨੂੰ ਪਾਇਆ ਹੀ ਨਹੀਂ ਜਾ ਸਕਦਾ। ਵੇਖੋ ਸਾਧ ਸੰਗਤ, ਇੱਕ ਮੈਂ ਗੱਲ ਕਹਿ ਦਵਾਂ, ਅਸੀਂ ਸਾਰੇ ਹੀ ਰੱਬ ਨੂੰ ਪਾਉਣਾ ਚਾਹੁੰਦੇ ਹਾਂ, ਤੇ ਮੇਰੀ ਬੇਨਤੀ ਹੈ, ਵੇਖੋ ਜੀ, ਜੇ ਰੱਬ ਨੂੰ ਪਾਉਣਾ ਹੈ ਨਾ, ਤੇ ਕੇਵਲ ਗੁਰੂ ਗ੍ਰੰਥ ਸਾਹਿਬ ਐਸੇ ਸਤਿਗੁਰੂ ਨੇ ਜਿਹੜੇ ਸਾਨੂੰ ਰੱਬ ਦੇ ਨਾਲ ਜੋੜ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਨੂੰ ਹੋਰ ਕੋਈ ਰੱਬ ਦੇ ਨਾਲ ਨਹੀਂ ਜੋੜ ਸਕਦਾ, ਪਰਮਾਤਮਾ ਦੇ ਨਾਲ ਨਹੀਂ ਜੋੜ ਸਕਦਾ। ਵੇਖੋ, ਜਦੋਂ ਲੜਕੀ ਲੜਕੇ ਦਾ ਰਿਸ਼ਤਾ ਹੁੰਦਾ ਹੈ ਨਾ, ਤੇ ਇੱਕ ਵਿਚੋਲਾ ਹੁੰਦਾ ਹੈ, ਇੱਕ ਵਿਚੋਲਾ ਹੁੰਦਾ ਹੈ। ਸਿੱਖ ਦੇ ਵਿੱਚ ਤੇ ਰੱਬ ਦੇ ਵਿੱਚ, ਜੇ ਸਿੱਖ ਸਿੱਧਾ ਕਵੇ ਨਾ ਮੈਂ ਰੱਬ ਨੂੰ ਮਿਲ ਪਵਾਂ, ਤੇ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ। ਸਿੱਖ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਇੱਕ ਵਿਚੋਲਾ ਹੈ। ਉਹ ਕੌਣ ਹੈ? ਉਹ ਗੁਰੂ ਗ੍ਰੰਥ ਸਾਹਿਬ ਨੇ। ਗੁਰੂ ਗ੍ਰੰਥ ਸਾਹਿਬ ਨੇ ਹੀ ਸਾਨੂੰ ਰੱਬ ਦੇ ਨਾਲ ਜੋੜਨਾ। ਮੈਂ ਨਹੀਂ ਕਹਿੰਦਾ, ਬਾਣੀ 'ਚ ਬਚਨ ਨੇ। ਮਹਾਰਾਜ ਕਹਿੰਦੇ ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ। ਗੁਰੂ ਵਿਚੋਲਾ ਹੈ, ਤੇ ਗੁਰੂ ਨੇ ਹੀ ਸਿੱਖ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੈ, ਵਾਹਿਗੁਰੂ ਦੇ ਨਾਲ ਜੋੜਨਾ ਹੈ। ਤੇ ਸਾਧ ਸੰਗਤ, ਭਲਾ ਸੰਜੋਗ ਕਹਿੰਦੇ ਉਹ ਸੰਜੋਗ ਭਲਾ ਹੈ ਜਿੱਦਣ ਰੱਬ ਦੀ ਪ੍ਰਾਪਤੀ ਹੋ ਗਈ, ਜਿੱਦਣ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਤੇ ਜਿੱਦਣ ਰੱਬ ਦੀ ਪ੍ਰਾਪਤੀ ਹੋ ਗਈ, ਪਰਮਾਤਮਾ ਨੇ ਮੇਰੇ ਹਿਰਦੇ ਦੇ ਵਿੱਚ ਨਾਮ ਦੀ ਨੀਂਹ ਰੱਖ ਦਿੱਤੀ। ਤੇ ਕਹਿੰਦੇ ਅਬਚਲ ਨੀਮ, ਉਹ ਜਿਹੜੀ ਨੀਂਹ ਹੈ ਉਹਨੂੰ ਕੋਈ ਤੋੜ ਨਹੀਂ ਸਕਦਾ। ਉਹ ਤੇ ਅਬਿਨਾਸੀ ਹੈ, ਉਹ ਤੇ ਅਬਚਲ ਨੀਮ ਹੈ, ਭਾਵ ਸਦੀਵ ਨੀਂਹ ਜਿਹੜੀ ਹੈ ਉਹ ਪਰਮਾਤਮਾ ਨੇ ਮੇਰੇ ਹਿਰਦੇ ਵਿੱਚ ਨਾਮ ਦੀ ਟਿਕਾ ਦਿੱਤੀ। ਜਨ ਨਾਨਕ ਪ੍ਰਭ ਭਏ ਦਿਆਲਾ, ਸਰਬ ਕਲਾ ਬਣ ਆਈ। ਗੁਰੂ ਨਾਨਕ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਪ੍ਰਭ ਭਏ ਦਿਆਲਾ। ਜਦੋਂ ਪਰਮਾਤਮਾ ਮੇਰੇ ਤੇ ਦਿਆਲ ਹੋ ਗਿਆ, ਜਦੋਂ ਵਾਹਿਗੁਰੂ ਮੇਰੇ ਤੇ ਦਿਆਲ ਹੋ ਗਿਆ, ਸਰਬ ਕਲਾ ਬਣ ਆਈ, ਉਦੋਂ ਮੇਰੀ ਆਤਮਿਕ ਅਵਸਥਾ ਬੜੀ ਉੱਚੀ ਹੋ ਗਈ। ਆਨੰਦਾ ਵਜਹਿ ਨਿਤ ਵਾਜੇ, ਪਾਰ ਬ੍ਰਹਮ ਮਨ ਊਠਾ ਰਾਮ। ਜਦੋਂ ਪਰਮਾਤਮਾ ਵਾਹਿਗੁਰੂ ਪਾਰ ਬ੍ਰਹਮ ਮਨ ਊਠਾ ਰਾਮ, ਜਦੋਂ ਪਰਮਾਤਮਾ ਵਾਹਿਗੁਰੂ ਮੇਰੇ ਮਨ ਦੇ ਵਿੱਚ ਵਸ ਗਿਆ, ਮੇਰੇ ਹਿਰਦੇ ਘਰ ਦੇ ਵਿੱਚ ਵਸ ਗਿਆ, ਤੇ ਕਹਿੰਦੇ ਇੱਕ ਰਸ ਜਿਹੜੇ ਨਾਮ ਦੀ ਜਿਹੜੀ ਧੁਨੀ ਹੈ ਉਹ ਚੱਲਣੀ ਸ਼ੁਰੂ ਹੋ ਗਈ। ਗੁਰਮੁਖੇ ਸਚ ਕਰਨੀ ਸਾਰੇ, ਬਿਨ ਸੇ ਭਰਮ ਪੈ ਝੂਠਾ ਰਾਮ। ਤੇ ਜਦੋਂ ਸਿੱਖ ਗੁਰੂ ਦੇ ਸਨਮੁਖ ਹੋ ਕੇ, ਭਾਵ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ, ਸੱਚ ਕਰਨੀ ਸਾਰੀ, ਭਾਵ ਚੰਗੇ ਕੰਮ ਕਰਦਾ ਹੈ, ਸੋਹਣੇ ਕੰਮ ਕਰਦਾ ਹੈ। ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਚੰਗੇ ਕੰਮ ਕਰਦਾ ਹੈ, ਸੋਹਣੇ ਕੰਮ ਕਰਦਾ ਹੈ, ਤੇ ਮਹਾਰਾਜ ਕਹਿੰਦੇ ਨੇ ਉਹਦੇ ਅੰਦਰੋਂ ਸਾਰੇ ਡਰ ਖਤਮ ਹੋ ਜਾਂਦੇ ਨੇ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਦੋਂ ਸਿੱਖ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਉਹਦੇ ਅੰਦਰ ਸੱਚ ਆ ਗਿਆ, ਉਹਨੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਤੇ ਕਹਿੰਦੇ ਉਹਦੇ ਅੰਦਰੋਂ ਫਿਰ ਸਾਰੇ ਝੂਠ ਖਤਮ ਹੋ ਜਾਂਦੇ ਨੇ, ਸਾਰੇ ਡਰ ਖਤਮ ਹੋ ਜਾਂਦੇ ਨੇ। ਵੇਖੋ ਸਾਧ ਸੰਗਤ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ, ਭਾਈ
ਡਰਦਾ ਉਹ ਹੈ ਜਿਹੜਾ ਪਾਪ ਕਰਦਾ ਹੈ, ਤੇ ਸੱਚ ਜਾਣਿਓ ਧਰਮੀ ਬੰਦਾ ਕਦੀ ਡਰਦਾ ਨਹੀਂ। ਧਰਮੀ ਬੰਦਾ ਕਦੀ ਡਰਦਾ ਨਹੀਂ। ਮਹਾਰਾਜ ਕਹਿੰਦੇ ਸੋ ਡਰੇ ਜੇ ਪਾਪ ਕਮਾਵਦਾ। ਡਰਦਾ ਉਹ ਹੈ ਜਿਹੜਾ ਪਾਪੀ ਹੈ, ਜਿਹੜਾ ਮਾੜੇ ਕੰਮ ਕਰਦਾ ਹੈ। ਧਰਮੀ ਵਗਸੇਤ ਜਿਹੜਾ ਧਰਮੀ ਬੰਦਾ ਏ, ਜਿਹੜਾ ਚੰਗੇ ਕੰਮ ਕਰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਕੋਈ ਡਰ ਨਹੀਂ, ਉਹਨੂੰ ਕੋਈ ਡਰ ਨਹੀਂ। ਤੇ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹਨੇ ਰੱਬ ਦੀ ਭਗਤੀ ਕੀਤੀ, ਚੰਗੇ ਕੰਮ ਕੀਤੇ, ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਉਹਦੇ ਅੰਦਰੋਂ ਸਾਰੇ ਡਰ ਖਤਮ ਹੋ ਗਏ, ਸਾਰੇ ਝੂਠ ਖਤਮ ਹੋ ਗਏ। ਤੇ ਇਹ ਕਿਹਦੀ ਕਿਰਪਾ ਹੋਈ? ਇਹ ਪਰਮਾਤਮਾ ਦੀ ਕਿਰਪਾ ਸਦਕਾ ਹੋਇਆ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਅਨਹਤ ਬਾਣੀ, ਜਦੋਂ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ, ਅਨਹਤ ਬਾਣੀ ਜਦੋਂ ਮੈਂ ਇੱਕ ਰਸ ਬਾਣੀ ਪੜ੍ਹੀ, ਇੱਕ ਰਸ ਬਾਣੀ ਮੇਰੇ ਹਿਰਦੇ ਦੇ ਵਿੱਚ ਵਸ ਗਈ, ਤੇ ਸੁਣ ਸੁਣ ਮਨ ਤਨ ਹਰਿਆ। ਜਿਹੜਾ ਮਨ ਤੇ ਤਨ ਪਹਿਲਾਂ ਵਿਕਾਰਾਂ ਦੇ ਨਾਲ ਸੜਿਆ ਹੋਇਆ ਸੀ ਨਾ, ਮਨ ਤੇ ਤਨ ਵਿਕਾਰਾਂ ਦੇ ਨਾਲ ਸੜਿਆ ਹੋਇਆ ਸੀ, ਹੁਣ ਗੁਰੂ ਨੇ ਕਿਰਪਾ ਕੀਤੀ, ਮੇਰਾ ਮਨ ਤੇ ਮੇਰਾ ਤਨ ਹਰਿਆ ਹੋ ਗਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਦੋਂ ਮੈਂ ਪ੍ਰਮਾਤਮਾ ਦੀ ਭਗਤੀ ਕੀਤੀ, ਰੱਬ ਦੀ ਭਗਤੀ ਕੀਤੀ, ਮੇਰਾ ਮਨ ਵੀ ਹਰਿਆ ਹੋ ਗਿਆ ਤੇ ਮੇਰਾ ਤਨ ਵੀ ਹਰਿਆ ਹੋ ਗਿਆ। ਸਾਧ ਸੰਗਤ, ਜੇਕਰ ਆਪਾਂ ਇਤਿਹਾਸ ਨੂੰ ਵਾਚੀਏ ਨਾ, ਇਤਿਹਾਸ ਨੂੰ ਵਾਚੀਏ, ਤੇ ਆਪਾਂ ਸਾਰੇ ਜਾਣਦੇ ਆ ਸੱਜਣ ਠੱਗ ਜਿਹੜਾ ਵਿਕਾਰੀ ਸੀ, ਤੁਲੰਬੇ ਪਿੰਡ ਦਾ ਰਹਿਣ ਵਾਲਾ ਸੀ, ਇੱਕ ਸਰਾਂ ਬਣਾਈ ਹੋਈ ਸੀ। ਜਿਹੜਾ ਵੀ ਉਹਦੀ ਸਰਾਂ ਦੇ ਵਿੱਚ ਆਉਂਦਾ ਸੀ, ਜਦੋਂ ਰਾਤ ਨੂੰ ਸੌਂਦਾ ਸੀ, ਉਹਨੂੰ ਉਹ ਮਾਰ ਦਿੰਦਾ ਸੀ, ਖਤਮ ਕਰ ਦਿੰਦਾ ਸੀ, ਤੇ ਜੋ ਕੁਝ ਵੀ ਉਹਦੇ ਕੋਲ ਹੁੰਦਾ ਸੀ ਉਹ ਆਪ ਲੁੱਟ ਲੈਂਦਾ ਸੀ। ਇੱਕ ਦਿਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਕੋਲ ਗਏ ਉਹਦਾ ਉਧਾਰ ਕਰਨ ਵਾਸਤੇ। ਉਹਦਾ ਉਧਾਰ, ਬੇਅੰਤ ਸਿੱਖ ਨੇ ਜੀ, ਸਿੱਖ ਇਤਿਹਾਸ ਦੇ ਵਿੱਚ ਬੇਅੰਤ ਸਿੱਖ ਨੇ। ਜੇ ਹੁਣ ਭਾਈ ਬਿਧੀ ਚੰਦ ਦੀ ਗੱਲ ਕਰੀਏ, ਤੇ ਆਪਾਂ ਸਾਰੇ ਜਾਣਦੇ ਆ ਭਾਈ ਬਿਧੀ ਚੰਦ ਜੀ ਜਿਹੜੇ ਪਹਿਲਾਂ ਚੋਰੀਆਂ ਕਰਦੇ ਸੀ, ਪਰ ਗੁਰੂ ਦੀ ਸ਼ਰਨ ਵਿੱਚ ਆਏ, ਸਾਰੇ ਮਾੜੇ ਕੰਮ ਛੱਡ ਦਿੱਤੇ, ਮਨ ਵੀ ਰੱਬ ਨਾਲ ਜੁੜ ਗਿਆ, ਤਨ ਵੀ ਰੱਬ ਨਾਲ ਜੁੜ ਗਿਆ, ਤਨ ਵੀ ਹਰਿਆ ਹੋ ਗਿਆ, ਮਨ ਵੀ ਹਰਿਆ ਹੋ ਗਿਆ। ਤੇ ਇੱਕ ਸਮਾਂ ਆਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਕਿਹਾ ਸੀ, ਬਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ। ਉਹ ਭਾਈ ਮੰਝ ਜਿਹਦਾ ਮਨ ਕਰਮ ਕਾਂਡਾਂ ਦੇ ਵਿੱਚ ਸੁੱਕ ਗਿਆ ਸੀ, ਗੁਰੂ ਦੀ ਐਸੀ ਬਖਸ਼ਿਸ਼ ਹੋਈ, ਜਦੋਂ ਭਾਈ ਮੰਝ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਤੇ ਮਹਾਰਾਜ ਨੇ ਕਿਹਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਜਦੋਂ ਸਿੱਖ ਨਿਮਰਤਾ ਦੇ ਨਾਲ ਗੁਰੂ ਦੀ ਗੋਦ ਵਿੱਚ ਆ ਜਾਂਦਾ ਤੇ ਗੁਰੂ ਉਹਨੂੰ ਬੜੀਆਂ ਬਖਸ਼ਿਸ਼ਾਂ ਦੇ ਕੇ ਨਵਾਜਦਾ ਹੈ। ਤੇ ਸਾਧ ਸੰਗਤ, ਰਾਤ ਪੈ ਗਈ, ਸੱਜਣ ਠੱਗ ਵੇਖਦਾ ਪਿਆ ਕਦੋਂ ਗੁਰੂ ਸਾਹਿਬ ਸੌਣ ਤੇ ਕਦੋਂ ਇਹਨਾਂ ਨੂੰ ਮੈਂ ਮਾਰ ਕੇ ਸਾਰਾ ਕੁਝ ਖੋਹ ਲਵਾਂ। ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਨਾਲ ਮੱਥਾ ਕੌਣ ਲਾ ਸਕਦਾ ਸੀ? ਜਦੋਂ ਰਾਤ ਪਈ ਤੇ ਮਹਾਰਾਜ ਨੇ ਉਹਦੇ ਭਲੇ ਵਾਸਤੇ, ਉਹਦਾ ਆਧਾਰ ਕਰਨ ਵਾਸਤੇ ਸ਼ਬਦ ਉਚਾਰਨ ਕੀਤਾ, ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਸਨ। ਤੇ ਜਦੋਂ ਆਹ ਸ਼ਬਦ ਸੁਣਿਆ, ਵਿਕਾਰੀ ਮਨ ਹਰਿਆ ਹੋ ਗਿਆ ਤੇ ਉਹ ਸੱਜਣ ਠੱਗ ਗੁਰੂ ਦੇ ਆ ਕੇ ਚਰਨੀ ਢਹਿ ਪਿਆ, ਮਹਾਰਾਜ ਮੈਨੂੰ ਮਾਫ ਕਰ ਦਿਓ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਤੇ ਮਹਾਰਾਜ ਕਹਿੰਦੇ ਨੇ, ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਉਹਦਾ ਤਨ ਤੇ ਮਨ ਹਰਿਆ ਹੋ ਜਾਂਦਾ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸਰਬ ਸੁਖਾਂ ਤਿਸ ਹੀ ਬਣ ਆਏ, ਜੋ ਪ੍ਰਭ ਆਪਣਾ ਕਰਿਆ। ਬੜਾ ਪਿਆਰਾ ਬਚਨ ਮਹਾਰਾਜ ਨੇ ਉਚਾਰਨ ਕੀਤਾ। ਮਹਾਰਾਜ ਕਹਿੰਦੇ ਨੇ ਵੀ ਰੱਬ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਨਾ, ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਸਾਰੇ ਸੁੱਖ ਰੱਬ ਨੇ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤੇ। ਪਰਮਾਤਮਾ ਨੇ ਸਾਰੇ ਸੁੱਖ ਉਹਦੀ ਝੋਲੀ ਦੇ ਵਿੱਚ ਪਾ ਦਿੱਤੇ। ਜਿਹਨੂੰ ਪਰਮਾਤਮਾ ਨੇ ਆਪਣਾ ਕਰ ਲਿਆ, ਭਾਵ ਜਿਹਨੂੰ ਆਪਣਾ ਬਣਾ ਲਿਆ। ਤੇ ਸਾਧ ਸੰਗਤ, ਮਾਫ ਕਰਨਾ, ਜਿਹੜਾ ਮਾੜੇ ਕੰਮ ਕਰਦਾ ਹੈ ਉਹਨੂੰ ਰੱਬ ਆਪਣਾ ਬਣਾਵੇਗਾ ਜੀ? ਨਹੀਂ ਬਣਾਵੇਗਾ। ਮਾਫ ਕਰਨਾ,
ਜੇ ਅਸੀਂ ਚਾਹੁੰਦੇ ਆ ਨਾ ਅਸੀਂ ਰੱਬ ਦੀ ਕਿਰਪਾ ਦੇ ਪਾਤਰ ਬਣ ਜਾਈਏ, ਰੱਬ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਰੱਬ ਦੀ ਨਜ਼ਰ ਦੇ ਪਾਤਰ ਬਣ ਜਾਈਏ, ਤੇ ਫਿਰ ਅਸੀਂ ਰੋਜ਼ ਗੁਰੂ ਘਰ ਆਈਏ, ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ। ਜੇ ਅਸੀਂ ਰੱਬ ਦੀ ਭਗਤੀ ਕਰਾਂਗੇ ਤੇ ਰੱਬ ਸਾਨੂੰ ਆਪਣਾ ਬਣਾ ਲਵੇਗਾ, ਆਪਣੀ ਗੱਲ ਵਕੜੀ ਦੇ ਵਿੱਚ ਲੈ ਲਵੇਗਾ, ਤੇ ਸਤਿਗੁਰੂ ਸਾਡੀਆਂ ਝੋਲੀਆਂ ਸੁੱਖਾਂ ਦੇ ਨਾਲ ਭਰ ਦੇਵੇਗਾ। ਸੁੱਖਾਂ ਦੇ ਨਾਲ ਆਪਾਂ ਪਾਵਨ ਬਾਣੀ ਪੜ੍ਹਦੇ ਆ, ਪਾਵਨ ਬਾਣੀ 'ਚ ਬਚਨ ਆਉਂਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ। ਜਦੋਂ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਕੀ ਹੋਇਆ? ਮਿਲੇ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਗੁਰੂ ਨੇ ਮੇਰੀ ਝੋਲੀ ਸੁੱਖਾਂ ਦੇ ਨਾਲ ਭਰ ਦਿੱਤੀ, ਸਾਰੀਆਂ ਚਿੰਤਾਵਾਂ ਖਤਮ ਕਰ ਦਿੱਤੀਆਂ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਹਨੂੰ ਗੁਰੂ ਨੇ ਆਪਣਾ ਬਣਾ ਲਿਆ, ਪ੍ਰਮਾਤਮਾ ਨੇ ਆਪਣਾ ਬਣਾ ਲਿਆ, ਤੇ ਪ੍ਰਮਾਤਮਾ ਉਹਦੀਆਂ ਝੋਲੀਆਂ ਸੁੱਖਾਂ ਦੇ ਨਾਲ ਭਰ ਦਿੰਦਾ ਹੈ। ਘਰ ਮਹਿ ਨਵ ਨਿਧ ਭਰੇ ਭੰਡਾਰਾ, RAM ਨਾਮ ਰੰਗ ਲਾਗਾ। ਜਿਹਦਾ ਮਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ, ਉਹਦੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਦਾ ਖਜ਼ਾਨਾ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸਰਾਮ। ਕਹਿਣ ਤੋਂ ਭਾਵ ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ, 9 ਨਿਧੀਆਂ ਤੇ 18 ਸਿੱਧੀਆਂ, ਭਾਵ ਨਾਮ ਰੂਪੀ ਖਜ਼ਾਨਾ ਜਿਹੜਾ ਉਹਦੇ ਹਿਰਦੇ ਵਿੱਚ ਆ ਜਾਂਦਾ ਹੈ। ਨਾਨਕ ਜਨ ਪ੍ਰਭ ਕਦੇ ਨਾ ਵਿਸਰੈ, ਪੂਰਨ ਜਾ ਕੇ ਭਾਗਾ। ਉਹਦੇ ਮੱਥੇ ਦੇ ਵੱਡੇ ਭਾਗ ਬਣ ਜਾਂਦੇ ਨੇ। ਕਿਉਂ? ਕਿਉਂਕਿ ਫਿਰ ਉਹਨੂੰ ਕਦੀ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਵਿਸਰਦਾ ਨਹੀਂ। ਛਾਇਆ ਪ੍ਰਭ ਛਤਰਪਦ ਕੀਨੀ, ਸਗਲੇ ਤਪਤ ਬਿਨਾਸੀ RAM। ਫਿਰ ਗੁਰੂ ਇੱਕ ਕਿਰਪਾ ਕਰਦਾ ਹੈ, ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ। ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ। ਕਹਿੰਦੇ ਮੇਰੇ ਹਿਰਦੇ ਦੇ ਵਿੱਚ ਉਦੋਂ ਪਰਮਾਤਮਾ ਦਾ ਨਾਮ ਵਸ ਗਿਆ, ਜਦੋਂ ਪੂਰੇ ਗੁਰੂ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਮਾਫ ਕਰਨਾ, ਸਾਰੀ ਜ਼ਿੰਦਗੀ ਅਧੂਰੇ ਗੁਰੂਆਂ ਦੇ ਕੋਲੋਂ ਆਪਣੇ ਸਿਰ ਦੇ ਉੱਤੇ ਹੱਥ ਰਖਾਈ ਜਾਓ, ਕਦੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਵਸਣਾ। ਪਰਮਾਤਮਾ ਦਾ ਨਾਮ ਉਦਣ ਸਾਡੇ ਹਿਰਦੇ ਦੇ ਵਿੱਚ ਵਸਣਾ ਹੈ ਜਦੋਂ ਪੂਰੇ ਗੁਰੂ ਨੇ ਸਾਡੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਤੇ ਪੂਰਾ ਗੁਰੂ ਕੌਣ ਹੈ? ਪੂਰੇ ਗੁਰੂ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਨੇ। ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਨੇ। ਕਿਉਂ? ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਜੋ ਸਭ ਮੈਂ ਰਿਹਾ ਸਮਾਏ। ਕਲਗੀਧਰ ਪਾਤਸ਼ਾਹ ਨੇ ਕਿਹਾ ਪੂਰਾ ਗੁਰੂ ਕੌਣ ਹੈ? ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ। ਪੂਰਾ ਗੁਰੂ ਉਹ ਹੈ ਜਿਹਨੂੰ ਕੋਈ ਵਿਕਾਰ ਨਹੀਂ, ਜਿਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ। ਤੇ ਸੱਚ ਜਾਣਿਓ, ਜਦੋਂ ਪੂਰੇ ਗੁਰੂ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ, ਮੇਰੇ ਅੰਦਰੋਂ ਸਾਰੀ ਵਿਕਾਰਾਂ ਦੀ ਤਪਤ ਖਤਮ ਹੋ ਗਈ। ਮਹਾਰਾਜ ਕਹਿੰਦੇ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਵਾਹਿਗੁਰੂ ਨੇ ਹੱਥ ਧਰਿਆ, ਪ੍ਰਮਾਤਮਾ ਨੇ ਹੱਥ ਧਰਿਆ, ਮੇਰੇ ਅੰਦਰ ਨਾਮ ਵਸ ਗਿਆ, ਤੇ ਸਾਰੀ ਵਿਕਾਰਾਂ ਦੀ ਤਪਤ ਜਿਹੜੀ ਉਹ ਮੇਰੇ ਅੰਦਰੋਂ ਖਤਮ ਹੋ ਗਈ। ਦੁਖ ਪਾਪ ਕਾ ਡੇਰਾ ਢਾਠਾ, ਕਾਰਜ ਆਇਆ ਰਾਸੀ RAM। ਕਹਿੰਦੇ ਇੱਕ ਪਾਪ ਦਾ ਡੇਰਾ, ਪਾਪ ਘਰ ਕਰਕੇ ਬੈਠੇ ਸੀ, ਦੁੱਖ ਘਰ ਕਰਕੇ ਬੈਠੇ ਸੀ। ਜਦੋਂ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ, ਸਾਰੇ ਪਾਪ ਖਤਮ ਹੋ ਗਏ, ਦੁੱਖ ਖਤਮ ਹੋ ਗਏ। ਭਾਵ ਪਾਪਾਂ ਤੇ ਦੁੱਖਾਂ ਦਾ ਡੇਰਾ ਜਿਹੜਾ ਉਹ ਢਹਿ ਗਿਆ। RAM ਹਰ ਪ੍ਰਭ ਫਰਮਾਇਆ, ਮਿੱਟੀ ਬੁਲਾਇਆ, ਸਾਚ ਧਰਮ ਪੁਨ ਫਲਿਆ। ਹਰ ਪ੍ਰਭ ਫਰਮਾਇਆ, ਮਿੱਟੀ ਬੁਲਾਇਆ। ਫਿਰ ਰੱਬ ਨੇ ਇੱਕ ਕਿਰਪਾ ਕੀਤੀ, ਰੱਬ ਨੇ ਹੁਕਮ ਕੀਤਾ। ਬੁਲਾਇਆ ਭਾਵ ਜਿਹੜੀ ਮੇਰੇ ਅੰਦਰ ਮਾਇਆ ਸੀ, ਜਿਹੜੀ ਮੇਰੇ ਅੰਦਰ ਮਾਇਆ ਪ੍ਰਬਲ ਸੀ ਨਾ, ਜਦੋਂ ਰੱਬ ਨੇ ਕਿਰਪਾ ਕੀਤੀ, ਰੱਬ ਨੇ ਹੁਕਮ ਕੀਤਾ, ਕਹਿੰਦੇ ਉਹ ਸਾਰੀ ਮਾਇਆ ਮੇਰੇ ਅੰਦਰੋਂ ਬਾਹਰ ਨਿਕਲ ਗਈ, ਤੇ ਸੱਚ ਧਰਮ ਪੁੰਨ ਫਲਿਆ। ਤੇ ਕਹਿੰਦੇ ਮੇਰੇ ਅੰਦਰ ਫਿਰ ਜਿਹੜਾ ਰੱਬ ਦਾ ਸੱਚਾ ਗਿਆਨ ਫਲਿਆ, ਭਾਵ ਪਰਮਾਤਮਾ ਦਾ ਨਾਮ ਜਿਹੜਾ ਉਹ ਫਲਿਆ, ਭਾਵ ਵਧਿਆ ਫੁੱਲਿਆ। ਸੋ ਪ੍ਰਭ ਆਪਣਾ ਸਦਾ ਧਿਆਈਐ, ਸੋਵਤ ਬੈਸਤ ਖਲਿਆ। ਮਹਾਰਾਜ ਕਹਿੰਦੇ ਨੇ ਜੇ ਤੂੰ ਚਾਹੁੰਨਾ ਏ
ਤੇਰੇ ਅੰਦਰੋਂ ਵਿਕਾਰ ਖਤਮ ਹੋ ਜਾਣ, ਤੇਰਾ ਮਨ ਜਿਹੜਾ ਮਾਇਆ ਦੇ ਵਿੱਚ ਗਲਤਾਨ ਹੈ, ਤੇਰਾ ਮਨ ਰੱਬ ਦੇ ਨਾਲ ਜੁੜ ਜਾਵੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਵੇਲੇ ਫਿਰ ਉਸ ਰੱਬ ਦੀ ਭਗਤੀ ਕਰ, ਹਰ ਵੇਲੇ ਉਸ ਪਰਮਾਤਮਾ ਦੀ ਭਗਤੀ ਕਰ। ਆਪਾਂ ਪਾਵਨ ਬਾਣੀ ਪੜ੍ਹਦੇ ਆ, ਬਾਣੀ 'ਚ ਬਚਨ ਆਉਂਦੇ, ਮਹਾਰਾਜ ਕਹਿੰਦੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ। ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ। ਸਤਿਗੁਰੂ ਪਾਤਸ਼ਾਹ ਜੀ ਤੇ ਕਹਿੰਦੇ ਨੇ ਦਿਨ ਰਾਤੀ ਆਰਾਧੋ ਪਿਆਰੇ ਨਿਮਖ ਨਾ ਕੀਜੈ ਢੀਲਾ। ਹੋਰ ਕੁਝ ਚੇਤਾ ਭੁੱਲ ਜਾਵੇ ਕੋਈ ਗੱਲ ਨਹੀਂ, ਪਰ ਦਿਨ ਤੇ ਰਾਤ ਕਦੀ ਵੀ ਉਸ ਪਰਮਾਤਮਾ ਦਾ ਚੇਤਾ ਨਾ ਭੁਲਾਈ। ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ। ਉਹ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਉਹ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ। ਪਰਮਾਤਮਾ ਸਾਨੂੰ ਸਾਰੇ ਸੁੱਖ ਦੇਣ ਵਾਲਾ ਹੈ। ਤੇ ਮਹਾਰਾਜ ਕਹਿੰਦੇ ਨੇ ਉਹ ਜਲ ਥਲ ਮਹੀਲ ਸੋਈ, ਕਹਿੰਦੇ ਹਰ ਥਾਂ ਉਹ ਪਰਮਾਤਮਾ ਜਿਹੜਾ ਰਮਿਆ ਹੋਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤੇ ਸਦਾ ਚਾਨਣ ਸਭ ਮੈਂ ਚਾਨਣ। ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਹੈ। ਇਸ ਕਰਕੇ ਕਿਸੇ ਨਾਲ ਧੱਕਾ ਨਾ ਕਰੋ, ਕਿਸੇ ਨਾਲ ਲੜੋ ਨਾ, ਕਿਉਂਕਿ ਉਹ ਰੱਬ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਜਨ ਨਾਨਕ ਪ੍ਰਭ ਕੀ ਸ਼ਰਣਾਈ ਤਿਸ ਬਿਨ ਅਵਰ ਨਾ ਕੋਈ। ਜਿਸ ਨੂੰ ਇਹ ਸਮਝ ਆ ਜਾਂਦੀ ਹੈ ਫਿਰ ਉਹ ਕੇਵਲ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ। ਉਹ ਆਪਣੇ ਗੁਰੂ ਤੋਂ ਬਿਨਾਂ ਕਿਤੇ ਹੋਰ ਨਹੀਂ ਜਾਂਦਾ। ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ। ਜਦੋਂ ਮੈਂ ਗੁਰੂ ਦੇ ਚਰਨ ਪਰਸ ਲਏ, ਮਾਫ ਕਰਨਾ ਜੀ, ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ। ਗੁਰੂ ਦੇ ਚਰਨ ਪਰਸਨ ਦਾ ਮਤਲਬ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਜਦੋਂ ਮੈਂ ਗੁਰੂ ਦੇ ਚਰਨ ਪਰਸ ਲਏ ਤੇ ਕੀ ਹੋਇਆ, ਮੇਰਾ ਆ ਸਰੀਰ ਸੋਹਣਾ ਬਣ ਗਿਆ, ਮੇਰਾ ਸਰੀਰ ਰੂਪੀ ਬਾਗ ਸੋਹਣਾ ਬਣ ਗਿਆ ਜਦੋਂ ਮੈਂ ਆਪਣੇ ਗੁਰੂ ਦੇ ਚਰਨ ਪਰਸ ਲਏ। ਮੇਰਾ ਮਨ ਸੁਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ। ਕਹਿੰਦੇ ਜਦੋਂ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ ਤੇ ਆ ਜਿਹੜਾ ਮੇਰਾ ਮਨ ਹੈ ਇਹ ਵੀ ਸੋਹਣਾ ਬਣ ਗਿਆ। ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆਂ। ਜਦੋਂ ਰੱਬ ਜੀ ਦੇ ਗੁਣ ਗਾਏ, ਜਦੋਂ ਪਰਮਾਤਮਾ ਨੂੰ ਧਿਆਉਣਾ ਕੀਤਾ ਤੇ ਉਸ ਪਰਮਾਤਮਾ ਨੇ ਸਾਰੀਆਂ ਇਛਾਵਾਂ ਜਿਹੜੀਆਂ ਉਹ ਪੂਰੀਆਂ ਕਰ ਦਿੱਤੀਆਂ। ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ। ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਨੇ, ਚਰਨਾਂ ਦੇ ਨਾਲ ਲੱਗੇ ਨੇ, ਉਹ ਸਦਾ ਜਾਗਦੇ ਰਹਿੰਦੇ ਨੇ। ਭਾਵ ਉਹ ਵਿਕਾਰਾਂ ਤੋਂ ਸਦਾ ਹੀ ਸੁਚੇਤ ਰਹਿੰਦੇ ਨੇ। ਨਾ ਭਾਈ ਆਹ ਕੰਮ ਕਰਨ ਤੋਂ ਸਾਡਾ ਗੁਰੂ ਡੱਕਦਾ ਹੈ, ਅਸੀਂ ਆਹ ਕੰਮ ਨਹੀਂ ਕਰਨਾ। ਭਾਵ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੈ ਉਹ ਸਦਾ ਹੀ ਜਾਗਦੇ ਰਹਿੰਦੇ ਨੇ। ਕਰੀ ਨਦਰ ਸੁਆਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ। ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਨੇ ਕਿਰਪਾ ਕੀਤੀ ਤੇ ਮੇਰਾ ਪਰਮਾਤਮਾ ਨੇ ਹਲਤ ਪਲਤ ਸਵਾਰ ਦਿੱਤਾ। ਭਾਵ ਜਿਹੜੇ ਰੱਬ ਦੀ ਭਗਤੀ ਕਰਦੇ ਨੇ ਉਹਨਾਂ ਦਾ ਲੋਕ ਵੀ ਸਵਾਰਿਆ ਜਾਂਦਾ ਹੈ, ਪਰਲੋਕ ਵੀ ਸਵਾਰਿਆ ਜਾਂਦਾ ਹੈ। ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ। ਅੰਤਲੇ ਬੰਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬਿਨਵੰਤ ਨਾਨਕ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ। ਹੇ ਬੰਦਿਆ, ਜਿਸ ਰੱਬ ਨੇ ਤੈਨੂੰ ਇਹ ਸੁਰਿੰਦਰ ਸਰੀਰ ਦਿੱਤਾ, ਜਿਉ ਪਿੰਡ ਦਾ ਭਾਵ ਹੈ ਜਿਨੇ ਤੈਨੂੰ ਸਰੀਰ ਦਿੱਤਾ ਹੈ, ਉਸ ਰੱਬ ਦੀ ਭਗਤੀ ਕਰ, ਉਸ ਪਰਮਾਤਮਾ ਦੀ ਭਗਤੀ ਕਰ। ਸਾਡੇ ਗੁਰੂ ਸਾਹਿਬ ਵੀ ਕਹਿੰਦੇ ਨੇ ਭਾਈ ਸਦਾ ਹੀ ਉਸ ਰੱਬ ਜੀ ਦਾ ਸ਼ੁਕਰਾਨਾ ਕਰ ਜਿਸ ਰੱਬ ਨੇ ਤੈਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ। ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਇਸ ਪੂਰੇ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਾਨੂੰ ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਸਮਝਾਈ ਹੈ, ਭਾਈ ਰੱਬ ਦੀ ਭਗਤੀ ਕਰ, ਪਰਮਾਤਮਾ ਦੀ ਭਗਤੀ ਕਰ। ਜੇ ਰੱਬ ਦੀ ਭਗਤੀ ਕਰੇਗਾ ਤੇਰਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਏਗਾ, ਸੋਹਣਾ ਬਣ ਜਾਏਗਾ। ਤੇਰੇ ਅੰਦਰੋਂ ਵਿਕਾਰ ਜਿਹੜੇ ਨੇ ਉਹ ਖਤਮ ਹੋ ਜਾਣਗੇ। ਸੋ ਸਾਧ ਸੰਗਤ ਕਥਾ ਕਰਦਿਆਂ, ਗੁਰਮਤਿ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਬਖਸ਼ਿਸ਼ ਕੀਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਿਰ ਦੇ ਉੱਤੇ ਹੱਥ ਰੱਖ ਕੇ ਕਥਾ ਦੀ ਸੇਵਾ ਲਈ ਹੈ। ਗੁਰੂ ਰੂਪ ਸੰਗਤਾਂ
ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਣਯੋਗ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।